ਤੁਸੀਂ ਸੁਣ ਰਹੇ ਹੋ ਡਾਕਟਰ ਪੂਰਨ ਸਿੰਘ ਕੈਨੇਡਾ ਵਾਲਿਆਂ ਦੀ ਪੁਸਤਕ ਮਾਸ ਖਾਣ ਜਾਂ ਨਾ ਖਾਣ ਬਾਰੇ ਮਨੌਤਾਂ ਤੇ ਵਹਿਮ 12ਵੇਂ ਭਾਗ ਵਿੱਚ ਸੁਣੋ ਗਦਰੀ ਯੋਧੇ ਬਾਬਾ ਵਿਸਾਖਾ ਸਿੰਘ ਜੀ ਦਦੇਹਰ ਜੀ ਵੱਲੋਂ ਮਾਸ ਨਾ ਖਾਣ ਵਾਲਾ ਪ੍ਰਣ ਤੋੜਨਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਦਰੀ ਯੋਧਿਆਂ ਨਾਲ ਜੇਲ੍ਹਾਂ ਵਿੱਚ ਅਣਮਨੁੱਖੀ ਵਿਹਾਰ ਕੀਤਾ ਜਾਂਦਾ ਸੀ। ਕਾਲੇ ਪਾਣੀ ਵਿਖੇ ਜੇਲ੍ਹ ਅਧਿਕਾਰੀਆਂ ਵੱਲੋਂ ਜਿੱਥੇ ਅਤ ਜ਼ੁਲਮ ਕੀਤੇ ਜਾਂਦੇ ਸਨ, ਉੱਥੇ ਕੈਦੀਆਂ ਨੂੰ ਖੁਰਾਕ ਵੀ ਬਹੁਤ ਮਾੜੀ ਦਿੱਤੀ ਜਾਂਦੀ ਸੀ। ਇਸ ਦੇ ਫਲਸਰੂਪ ਅਨੇਕਾਂ ਨੂੰ ਤਪਦਿਕ ਦੀ ਬਿਮਾਰੀ ਚਿੰਬੜ ਗਈ। ਕੁਝ ਕੈਦੀ ਬਿਮਾਰੀਆਂ ਕਾਰਨ ਮੌਤ ਦੀ ਮੂੰਹ ਵਿੱਚ ਜਾ ਪਏ। ਇਸ ਤਰ੍ਹਾਂ ਹੀ ਬਾਬਾ ਵਿਸਾਖਾ ਸਿੰਘ ਜੀ, ਜੋ ਗੁਰਮਤ ਦੇ ਰੰਗ ਵਿੱਚ ਪੂਰੇ ਰੰਗੇ ਹੋਏ ਵਿਅਕਤੀ ਸਨ, ਮਾੜੀ ਖੁਰਾਕ ਮਿਲਣ ਕਾਰਨ ਬਿਮਾਰ ਹੋ ਗਏ ਅਤੇ ਸਰੀਰ ਬਹੁਤ ਕਮਜ਼ੋਰ ਹੋ ਗਿਆ। ਹਸਪਤਾਲ ਦਾਖਲ ਕੀਤੇ ਗਏ। ਗੋਰਾ ਡਾਕਟਰ ਬਹੁਤ ਹਮਦਰਦ ਸੀ। ਉਸ ਨੇ ਕਿਹਾ ਕਿ ਇਹਨਾਂ ਦੇ ਬਚਣ ਦੀ ਕੋਈ ਆਸ ਨਹੀਂ, ਪਰ ਜੇਕਰ ਦਵਾਈ ਖਾਣ ਦੇ ਨਾਲ ਮਾਸ ਦੀ ਤਰੀ ਪੀਣ ਲੱਗ ਜਾਣ ਤਾਂ ਬਚਾਓ ਕੀਤਾ ਜਾ ਸਕਦਾ। ਬਾਬਾ ਜੀ ਨੇ ਮਾਸ ਖਾਣਾ ਛੱਡ ਦਿੱਤਾ ਹੋਇਆ ਸੀ ਅਤੇ ਉਹਨਾਂ ਨੂੰ ਜਦੋਂ ਮਾਸ ਦੀ ਤਰੀ ਖਾਣ ਲਈ ਕਿਹਾ ਗਿਆ ਤਾਂ ਬਾਬਾ ਜੀ ਨੇ ਕਿਹਾ, ਮੈਂ ਮਾਸ ਨਾ ਖਾਣ ਵਾਲਾ ਪ੍ਰਣ ਨਹੀਂ ਤੋੜਨਾ। ਅੱਜ ਵੀ ਮਰਨਾ ਹੈ ਤੇ ਕੱਲ੍ਹ ਵੀ। ਉਹਨਾਂ ਦੇ ਹੱਠ ਨੂੰ ਵੇਖ ਕੇ ਡਾਕਟਰ ਸਾਹਿਬ ਨੂੰ ਬੜਾ ਅਫਸੋਸ ਹੋਇਆ। ਡਾਕਟਰ ਸਾਹਿਬ ਨੇ ਪੁੱਛਗਿੱਛ ਕੀਤੀ ਕਿ ਇਹਨਾਂ ਦੇ ਨੇੜੇ ਜਾਂ ਇਹਨਾਂ ਦੀ ਨੇੜਤਾ ਕਿਸ ਨਾਲ ਹੈ। ਡਾਕਟਰ ਸਾਹਿਬ ਨੂੰ ਦੱਸਿਆ ਗਿਆ ਕਿ ਇਹਨਾਂ ਦੀ ਨੇੜਤਾ ਬਾਬਾ ਜਵਾਲਾ ਸਿੰਘ ਜੀ ਨਾਲ ਹੈ। ਸ਼ਾਇਦ ਉਹਨਾਂ ਵੱਲੋਂ ਕੀਤੀ ਬੇਨਤੀ ਮੰਨ ਲੈਣ। ਡਾਕਟਰ ਸਾਹਿਬ ਨੇ ਬਾਬਾ ਜਵਾਲਾ ਸਿੰਘ ਜੀ ਨੂੰ ਯੋਜਨਾ ਬਣਾ ਕੇ ਦਾਖਲ ਕਰਕੇ ਉਹਨਾਂ ਦਾ ਮੰਜਾ ਬਾਬਾ ਵਿਸਾਖਾ ਸਿੰਘ ਜੀ ਕੋਲ ਲਗਾ ਦਿੱਤਾ। ਬਾਬਾ ਜਵਾਲਾ ਸਿੰਘ ਜੀ ਨੇ ਬਾਬਾ ਜੀ ਨੂੰ ਯਾਦ ਕਰਾਇਆ ਕਿ ਉਹਨਾਂ ਨੇ ਗੁਰੂ ਦੀ ਹਜ਼ੂਰੀ ਵਿੱਚ ਪ੍ਰਣ ਕੀਤਾ ਸੀ ਕਿ ਸਾਡਾ ਤਨ ਮਨ ਧਨ ਦੇਸ਼ ਦੇ ਲੇਖੇ ਲੱਗ ਜਾਵੇਗਾ, ਪਰ ਅੱਜ ਤੁਸੀਂ ਆਪਣਾ ਸਰੀਰ ਮਾਸ ਨਾ ਖਾਣ ਦੇ ਪ੍ਰਣ ਖਾਤਰ ਗੁਆ ਰਹੇ ਹੋ। ਤਾਂ ਸੋਚੋ, ਦੇਸ਼ ਦੀ ਆਜ਼ਾਦੀ ਲਈ ਇੱਕ ਦੇਸ਼ ਭਗਤ ਦਾ ਸਰੀਰ ਕਿਤਨਾ ਕੀਮਤੀ ਹੈ। ਇਹ ਸੁਣ ਕੇ ਬਾਬਾ ਵਿਸਾਖਾ ਸਿੰਘ ਜੀ ਨਿਰ ਉੱਤਰ ਹੋ ਗਏ ਅਤੇ ਬੋਲੇ, ਤੁਸੀਂ ਜਰਨੈਲ ਹੋ, ਜੋ ਹੁਕਮ ਦਿਓਗੇ ਮੰਨਾਂਗੇ। ਡਾਕਟਰ ਨੂੰ ਬੁਲਾਇਆ ਗਿਆ, ਦਵਾਈ ਦਿੱਤੀ ਤੇ ਮਾਸ ਦੀ ਤਰੀ ਦੇਣੀ ਸ਼ੁਰੂ ਕੀਤੀ ਅਤੇ ਸਹਿਜੇ ਸਹਿਜੇ ਤਾਕਤ ਆਉਣੀ ਸ਼ੁਰੂ ਹੋ ਗਈ। ਬਾਬਾ ਵਿਸਾਖਾ ਸਿੰਘ ਜੀ ਨੇ ਇਸ ਅਮੋਲ ਜ਼ਿੰਦਗੀ ਨੂੰ ਬਚਾ ਕੇ ਦੇਸ਼ ਦੀ ਮਹਾਨ ਸੇਵਾ ਕੀਤੀ। ਭਾਵੇਂ ਉਹਨਾਂ ਮਾਸ ਨਾ ਖਾਣ ਦਾ ਪ੍ਰਣ ਕੀਤਾ ਹੋਇਆ ਸੀ, ਪਰ ਭਾਈ ਜਵਾਲਾ ਸਿੰਘ ਜੀ ਨੇ ਉਹਨਾਂ ਦੇ ਮਾਸ ਸੰਬੰਧੀ ਭਰਮ ਅਤੇ ਵਹਿਮ ਨੂੰ ਇਹ ਆਖ ਕੇ ਤੋੜਿਆ ਕਿ ਜ਼ਿੰਦਗੀ ਨੂੰ ਸ਼ੁਭ ਕਰਮਾਂ ਨੂੰ ਲੇਖੇ ਲਾਉਣ ਲਈ ਤੰਦਰੁਸਤ ਹੋਣਾ ਵੀ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸੰਦੇਸ਼ ਵੀ ਇਹੀ ਹੈ ਕਿ ਮਾਸ ਖਾਣ ਜਾਂ ਨਾ ਖਾਣ ਦੇ ਬੇਲੋੜੇ ਸੰਵਾਦ ਦਾ ਕੋਈ ਲਾਭ ਨਹੀਂ। ਗੁਰੂ ਸਾਹਿਬ ਆਪਣੇ ਸੰਦੇਸ਼ ਵਿੱਚ ਨਾ ਮਾਸ ਖਾਣ ਦੀ ਵਕਾਲਤ ਕਰਦੇ ਹਨ ਤੇ ਨਾ ਹੀ ਮਾਸ ਖਾਣ ਦਾ ਵਿਰੋਧ। ਚੰਗੀ ਗੱਲ ਇਹੀ ਹੈ ਕਿ ਮਾਸ ਖਾਣ ਜਾਂ ਨਾ ਖਾਣ ਨੂੰ ਨਾ ਧਰਮ ਦਾ ਵਿਸ਼ਾ ਬਣਾਈਏ ਤੇ ਨਾ ਹੀ ਬੇਲੋੜਾ ਸੰਵਾਦ ਕਰੀਏ। ਡਾਕਟਰ ਮਾਨ ਸਿੰਘ ਨਿਰੰਕਾਰੀ ਜੀ ਵਾਰ ਮਲਾਰਕੀ ਦਾ ਦਾਰਸ਼ਨਿਕ ਪੱਖ ਪੇਸ਼ ਕਰਦੇ ਹਨ। ਸ਼ਾਕਾਹਾਰੀ ਤੇ ਮਾਸਾਹਾਰੀ ਝਗੜਦੇ ਹਨ। ਹਿੰਦੂ ਮੁਸਲਮਾਨ ਅਤੇ ਸਿੱਖ ਝਟਕੇ ਤੇ ਹਲਾਲ ਕਾਰਨ ਝਗੜਦੇ ਹਨ। ਗਊ ਤੇ ਸੂਰ ਖਾਣ ਜਾਂ ਨਾ ਖਾਣ ਕਾਰਨ ਵੀ ਝਗੜਾ ਉਪਜਦਾ ਹੈ। ਕੁਝ ਮਾਸ ਨਾ ਖਾਣ ਦੇ ਹੱਕ ਵਿੱਚ ਹਨ ਅਤੇ ਕੁਝ ਖਾਣ ਨੂੰ ਤਰਜੀਹ ਦਿੰਦੇ ਹਨ। ਇਹ ਸਾਰੇ ਝਗੜੇ ਅਗਿਆਨਤਾ ਕਾਰਨ ਹਨ। ਗੁਰੂ ਜੀ ਨੇ ਇੱਕ ਵਾਰੀ ਹੀ ਇਸ ਦਾ ਨਿਰਣਾ ਸ੍ਰੀ ਰਾਗ ਵਿੱਚ ਕੀਤਾ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚਲੇ ਵਿਕਾਰ। ਗੁਰੂ ਗ੍ਰੰਥ ਸਾਹਿਬ ਪੰਨਾ ਨੰਬਰ 16। ਝਟਕੇ ਤੇ ਹਲਾਲ ਮਾਸ ਦੇ ਗੁਣਾ ਔਗਣਾ ਵਿੱਚ ਕੋਈ ਅੰਤਰ ਨਹੀਂ। ਇਹ ਦੋ ਸੱਭਿਅਤਾਵਾਂ ਦਾ ਟਕਰਾਓ ਹੈ, ਹੋਰ ਕੁਝ ਵੀ ਨਹੀਂ। ਪੰਡਤਾਂ ਨੂੰ ਸਮਝਾਉਂਦੇ ਹੋਏ ਗੁਰੂ ਸਾਹਿਬ ਇੱਕ ਪੁਰਾਣੇ ਰਿਵਾਜ ਦਾ ਜ਼ਿਕਰ ਕਰਦੇ ਹਨ ਕਿ ਹੇ ਪੰਡਤੋ, ਤੁਹਾਡੇ ਪੁਰਖੇ ਗੈਂਡੇ ਨੂੰ ਮਾਰ ਕੇ ਹੋਮ ਜਗ ਕਰਦੇ ਹਨ ਅਤੇ ਦੱਸਦੇ ਸਨ ਕਿ ਅਜਿਹੀ ਦੇਵਤਿਆਂ ਦੀ ਇੱਛਾ ਹੈ। ਉੱਪਰੋਂ ਲੋਕਾਂ ਨੂੰ ਵਿਖਾਉਣ ਲਈ ਮਾਸ ਤੋਂ ਘਿਰਣਾ ਕਰਦੇ ਹਨ ਅਤੇ ਅੰਦਰੋਂ ਅੰਦਰੀ ਛੁਪ ਕੇ ਰਾਤ ਨੂੰ ਮਨੁੱਖਾਂ ਦਾ ਮਾਸ ਵੀ ਖਾ ਜਾਂਦੇ ਹਨ। ਅਰਥਾਤ ਜਬਰੀ ਪਰਾਈਆਂ ਇਸਤਰੀਆਂ ਭੋਗਦੇ ਹਨ। ਲੋਕਾਂ ਨੂੰ ਵਿਖਾਉਣ ਲਈ ਨੱਕ ਪਕੜ ਕੇ ਮਾਸ ਦੀ ਗੰਧ ਤੋਂ ਵੀ ਨਫ਼ਰਤ ਕਰਨ ਦਾ ਵਿਖਾਵਾ ਕਰਦੇ ਹਨ। ਇਹ ਪੁਜਾਰੀ ਲੋਕ ਅਗਿਆਨਤਾ ਵਿੱਚ ਜਕੜੇ ਹੋਏ ਹਨ
ਅਤੇ ਗਿਆਨ ਦੇ ਨੇਤਰਾਂ ਤੋਂ ਹੀਣ ਹਨ। ਸਪੋਕਸਮੈਨ 24 ਸਤੰਬਰ 2016 ਮੁੱਖ ਪੰਨਾ। ਅਮਰੀਕਾ ਦੇ ਇੱਕ ਪ੍ਰਮੁੱਖ ਥਿੰਕ ਟੈਂਕ ਨੇ ਕਿਹਾ ਹੈ ਕਿ ਭਾਰਤ ਵਿੱਚ ਸੱਭਿਆਚਾਰਕ ਮੁੱਦਿਆਂ ਅਤੇ ਭਗਵਾਕਰਨ ਕਾਰਨ ਆਰਥਿਕ ਖੇਤਰ ਵਿੱਚ ਵੱਡੇ ਸੁਧਾਰ ਨਹੀਂ ਹੋ ਪਾ ਰਹੇ ਅਤੇ ਸਿਰਫ ਹੌਲੀ ਗਤੀ ਨਾਲ ਬਦਲਾਅ ਹੋ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਕੇਂਦਰ ਦੀ NDA ਸਰਕਾਰ ਨਵੇਂ ਭਾਰਤ ਦੀ ਦਿਸ਼ਾ ਵੱਲ ਵਧਣ ਨੂੰ ਲੈ ਕੇ ਹੁਣ ਤੱਕ ਉਮੀਦਾਂ ਨੂੰ ਪੂਰਾ ਨਹੀਂ ਕਰ ਸਕੀ। ਭਾਰਤ ਦੇ ਮਹਿੰਗਾਈ ਦਾ ਮੁਕਾਬਲਾ ਕਰਨ ਦਾ ਜ਼ਿਕਰ ਕਰਦਿਆਂ ਵਾਸ਼ਿੰਗਟਨ ਆਧਾਰਿਤ ਥਿੰਕ ਟੈਂਕ ਹਡਸਨ ਇੰਸਟੀਚਿਊਟ ਨੇ ਕਿਹਾ ਕਿ ਜੇਕਰ ਭਾਰਤ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ, ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਕਰਨ ਅਤੇ ਰਿਸ਼ਵਤਖੋਰੀ ਨੂੰ ਘੱਟ ਕਰਨ 'ਤੇ ਜ਼ੋਰ ਦਿੰਦਾ ਹੈ ਤਾਂ ਉਸ ਦੇ ਦੋਹਰੇ ਅੰਕ ਵਿੱਚ ਵਿਕਾਸ ਕਰਨ ਦੀ ਸੰਭਾਵਨਾ ਹੈ। ਕਿਤਾਬ ਮਾਸ ਖਾਣ ਜਾਂ ਨਾ ਖਾਣ ਬਾਰੇ ਮਨੌਤਾਂ ਤੇ ਵਹਿਮ, ਲੇਖਕ ਡਾਕਟਰ ਪੂਰਨ ਸਿੰਘ ਕਨੇਡਾ ਵਾਲੇ, ਭਾਗ 12ਵਾਂ, ਆਵਾਜ਼ ਗੁਰਜੰਟ ਸਿੰਘ ਰੂਪੂਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।